ਭਾਰਤ ਸਰਕਾਰ ਵੱਲੋਂ ਖੇਤੀਬਾੜੀ ਬਿੱਲ 2020 ਲਿਆਂਦਾ ਗਿਆ ਹੈ ਅਤੇ ਇਸ ਬਿੱਲ ਨੂੰ ਲੈ ਕੇ ਸਾਡੇ ਕਿਸਾਨ ਭਰਾਵਾਂ ਦੇ ਦਿਮਾਗ ਦੇ ਵਿੱਚ ਸ਼ੰਕਾਵਾਂ ਪੈਦਾ ਹੋਈਆਂ ਹਨ ਅਤੇ ਉਹਨਾਂ ਸ਼ੰਕਾਵਾਂ ਦਾ ਫਾਇਦਾ ਉਠਾਉਂਦਿਆਂ ਹੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਧਰਨਿਆਂ ਅਤੇ ਮੁਜ਼ਾਹਰਿਆਂ ਵੱਲ ਤੋਰ ਦਿੱਤਾ ਹੈ। ਇਸ ਖੇਤੀਬਾੜੀ ਆਰਡੀਨੈਂਸ ਬਿੱਲ ਦੀ ਅਸਲੀਅਤ ਕੀ ਹੈ, ਇਹ ਜਾਣਨ ਲਈ ਅੱਜ ਅਸੀਂ ਵਿਸ਼ਵ ਪ੍ਰਸਿੱਧ ਖੇਤੀਬਾੜੀ ਮਾਹਰ ਡਾਕਟਰ ਮਨਜੀਤ ਸਿੰਘ ਕੰਗ ਨਾਲ ਗੱਲ ਕਰਾਂਗੇ। ਡਾਕਟਰ ਕੰਗ ਸਾਡੇ ਪੰਜਾਬ ਦਾ ਮਾਣ ਹੈ, ਜੋ ਵਿਸ਼ਵ ਦੀਆਂ ਬਹੁਤ ਸਾਰੀਆਂ ਪ੍ਰਸਿੱਧ ਯੂਨੀਵਰਸਿਟੀਆਂ ਦੇ ਵਿੱਚ ਉੱਚ ਅਹੁਦਿਆਂ ਤੇ ਤੈਨਾਤ ਰਹੇ ਹਨ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਸਮੇਂ ਤੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹਿ ਚੁੱਕੇ ਹਨ। ਖੇਤੀਬਾੜੀ ਬਿੱਲ ਦੀ ਅਸਲੀਅਤ ਜਾਣਨ ਦੇ ਲਈ ਅਸੀਂ ਡਾਕਟਰ ਕੰਗ ਦੇ ਨਾਲ ਗੱਲ ਕਰਦੇ ਹਾਂ। ਡਾਕਟਰ ਸਾਹਿਬ, ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਅੱਜ ਕਿਸਾਨਾਂ ਦੇ ਵਿੱਚ ਇੱਕ ਸ਼ੰਕਾਵਾਂ ਪਾਈਆਂ ਜਾ ਰਹੀਆਂ ਕਿ ਖੇਤੀਬਾੜੀ ਆਰਡੀਨੈਂਸ 2020 ਜੋ ਆਇਆ ਇਹ ਕਿਸਾਨ ਵਿਰੋਧੀ ਹੈ। ਕੀ ਤੁਸੀਂ ਸਮਝਦੇ ਹੋ ਕਿ ਇਹ ਸਰਕਾਰ ਨੇ ਜਿਹੜਾ ਕਦਮ ਚੁੱਕਿਆ ਇਹ ਕਿਸਾਨਾਂ ਦੇ ਹਿੱਤ ਵਿੱਚ ਹੈ? ਇਹ ਦੇਖੋ 3 ਆਰਡੀਨੈਂਸ ਨੇ। ਜਿਹੜਾ ਸਭ ਤੋਂ ਪਹਿਲਾ ਆਰਡੀਨੈਂਸ ਹੈ ਉਹਦੇ 'ਚ ਟ੍ਰੇਡ ਹੈ, ਫ੍ਰੀ ਟ੍ਰੇਡ। ਅਤੇ ਇੱਕ ਤਾਂ ਕਈ ਅਫਵਾਹਾਂ ਵੀ ਫੈਲੀਆਂ ਹੋਈਆਂ ਨੇ, ਉਹ ਇਹ ਨੇ ਬਈ MSP ਵਿਦਡਰਾਅ ਕਰ ਲਈ ਹੈ ਜੀ, ਅਤੇ ਉਹ ਗੱਲ ਮੇਰੇ ਖਿਆਲ ਨਾਲ ਠੀਕ ਨਹੀਂ ਹੈ ਜੀ। ਅਤੇ MSP ਵਿਦਡਰਾਅ ਨਹੀਂ ਹੋਈ। ਔਰ ਇਹਨਾਂ ਦਾ ਇੱਕੋ ਚੀਜ਼ ਹੈ ਵੀ ਜਿਹੜੀ ਵੀ ਤੁਸੀਂ ਨਵੀਂ ਚੀਜ਼ ਸ਼ੁਰੂ ਕਰਨੀ ਹੈ ਉਹਦੇ ਵਿੱਚ ਜਿਹੜੇ ਬੰਦੇ ਇਫੈਕਟ ਹੋਣਗੇ ਉਹਨਾਂ ਨੂੰ ਭਾਈਵਾਲ ਬਣਾਉਣਾ ਚਾਹੀਦਾ ਜੀ। ਮੇਰੇ ਖਿਆਲ ਨਾਲ ਜਿਹੜੇ ਪ੍ਰੋਟੈਸਟ ਮੁਜ਼ਾਹਰੇ ਹੋ ਰਹੇ ਨੇ ਉਹ ਇਸ ਲਈ ਹੋ ਰਹੇ ਨੇ ਕਿਉਂਕਿ ਕਿਸਾਨਾਂ ਨੂੰ ਸਾਰੀ ਚੀਜ਼ ਦੀ ਸਮਝ ਨਹੀਂ ਹੈ। ਬਿਲਕੁਲ, ਉਹਨਾਂ ਨੂੰ ਸਾਰੀ ਗੱਲ ਨਹੀਂ ਦੱਸੀ ਗਈ, ਸਮਝਾਈ ਗਈ, ਉਹਨਾਂ ਨੂੰ ਭਾਈਵਾਲ ਨਹੀਂ ਬਣਾਇਆ ਗਿਆ ਜੀ। ਅਤੇ ਅਸੀਂ ਯੂਨੀਵਰਸਿਟੀ 'ਚ ਵੀ ਇੱਦਾਂ ਹੀ ਕਰਦੇ ਹਾਂ ਬਈ ਜੇ ਕੋਈ ਨਵੀਂ ਚੀਜ਼, ਨਵੀਂ ਪਾਲਿਸੀ ਬਣਾਈ ਹੈ ਉਹਦੇ ਨਾਲ ਜਿਹੜੇ ਬੰਦੇ ਇਫੈਕਟ ਹੋਣਗੇ, ਡੀਨ, ਡਾਇਰੈਕਟਰ, ਸਟੂਡੈਂਟ, ਉਹਨਾਂ ਸਾਰਿਆਂ ਨੂੰ ਅਸੀਂ ਇਨਵੋਲਵ ਕਰਾਂਗੇ ਉਹਦੇ ਵਿੱਚ ਜੀ। ਫਿਰ ਪ੍ਰੋਟੈਸਟ ਨਹੀਂ ਹੋਣਗੇ। ਠੀਕ, ਮੇਰਾ ਖਿਆਲ ਹੈ ਵੀ ਇਹ ਪ੍ਰੋਟੈਸਟ ਇਸ ਲਈ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਸਮਝ ਨਹੀਂ, ਉਹਨਾਂ ਨੂੰ ਚੀਜ਼ ਨੂੰ ਕਲੈਰੀਫਾਈ ਨਹੀਂ ਕੀਤਾ ਗਿਆ, ਉਹਨਾਂ ਨੂੰ ਸਾਰੀ ਚੀਜ਼ ਸਮਝਾਈ। ਡਾਕਟਰ ਸਾਹਿਬ, ਅੱਜ ਜੇ ਅਸੀਂ ਜਨ ਸਮੂਹ ਦੇ ਵਿੱਚੋਂ ਇੱਕ ਆਵਾਜ਼ ਦੇਖੀਏ ਤਾਂ ਸਭ ਤੋਂ ਵੱਡੀ ਆਵਾਜ਼ ਇਹ ਆ ਰਹੀ ਹੈ ਕਿ MSP ਖਤਮ ਕਰ ਦਿੱਤੀ ਗਈ। ਕਿਸਾਨ ਨੇ ਆਵਾਜ਼ ਇਸੇ ਕਰਕੇ ਉਠਾਈ ਹੈ ਵੀ ਜੇ MSP ਨਾ ਰਹੀ ਤਾਂ ਕਿਸਾਨ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ। ਕੀ MSP ਇਸ 'ਚ ਖਤਮ ਕੀਤੀ ਗਈ ਹੈ? MSP ਖਤਮ ਨਹੀਂ ਕੀਤੀ ਗਈ, ਮੇਰੀ ਜੋ ਅੰਡਰਸਟੈਂਡਿੰਗ ਹੈ ਉਹਦੇ ਹਿਸਾਬ ਦੇ ਨਾਲ ਖਤਮ ਨਹੀਂ ਹੋਈ ਜੀ। ਪਰ ਮੈਂ MSP ਦੇ ਬਾਰੇ ਇੱਕ ਆਰਟੀਕਲ ਲਿਖਿਆ ਸੀ ਟ੍ਰਿਬਿਊਨ ਦੇ ਵਿੱਚ, ਮੇਰੇ ਖਿਆਲ ਹੈ 2 ਸਾਲ ਪਹਿਲਾਂ ਆਇਆ ਸੀਗਾ ਜੀ। ਉਹਦੇ 'ਚ ਮੈਂ ਲਿਖਿਆ ਸੀ ਵੀ ਇਹ ਪੰਜਾਬ ਦੇ ਕਿਸਾਨਾਂ ਲਈ ਔਰ ਹਰਿਆਣਾ ਦੇ ਕਿਸਾਨਾਂ ਲਈ, ਜੋ ਆਪਾਂ ਗ੍ਰੀਨ ਰੈਵੋਲੂਸ਼ਨ ਬੋਲ ਕਹਿੰਦੇ ਹਾਂ, ਫੂਡ ਬੋਲ ਆਫ ਇੰਡੀਆ, ਇਹ ਇਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹੈ। ਬਿਲਕੁਲ, ਕਿਉਂਕਿ ਜੋ MSP ਬਣਦੀ ਹੈ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਕੁਝ ਫਾਰਮਰ ਲੈ ਕੇ ਉਹਨਾਂ ਦੀ ਗਿਣਤੀ ਕਰਦੇ ਨੇ ਵੀ ਉਹਨਾਂ ਦੇ ਖਰਚੇ ਕੀ ਨੇ। ਠੀਕ, ਉਸ ਦੇ ਹਿਸਾਬ ਦੇ ਨਾਲ MSP ਤੈਅ ਕਰਦੇ ਜੀ। ਹੁਣ ਆਪਣੇ ਕਿਸਾਨ ਦੇਖੋ, ਚਾਹੇ ਸੋਕਾ ਪਿਆ ਹੋਇਆ, ਇਹਨਾਂ ਨੇ ਪ੍ਰੋਡਕਸ਼ਨ ਪੂਰੀ ਕਰਨੀ ਜੀ, ਕਿਉਂਕਿ ਆਪਣੇ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਵੀ 97%, 90 ਤਾਂ ਮੇਰੇ ਖਿਆਲ 100% ਹੀ ਹੈ ਵੀ ਜਿਹੜੀ ਜ਼ਮੀਨ ਹੈ ਇਹ ਇਰੀਗੇਟਡ ਜੀ, ਸਿੰਚਾਈ ਅਧੀਨ। ਅਤੇ ਇਸ ਲਈ ਚਾਹੇ ਸੋਕਾ ਪਿਆ ਹੋਇਆ, ਉਹਨਾਂ ਨੇ ਆਪਣਾ ਪਾਣੀ ਧਰਤੀ ਤੋਂ ਕੱਢ ਕੇ, ਜੇ ਬਿਜਲੀ ਨਹੀਂ ਮਿਲੀ ਉਹਨਾਂ ਨੇ ਟਿਊਬਵੈੱਲ ਆਪਣਾ ਡੀਜ਼ਲ ਖਰਚ ਕੇ ਜੀ ਉਹ ਪੂਰੀ ਕਰ ਦੇਣੀ ਹੋਊ। ਇਹਦਾ ਮਤਲਬ ਇਹ ਨਹੀਂ ਹੈ ਵੀ ਇਹਨਾਂ ਦੇ ਖਰਚੇ ਨਹੀਂ ਹੋਏ। ਬਿਲਕੁਲ, ਪੰਜਾਬ ਦੇ ਕਿਸਾਨਾਂ ਦੇ, ਹਰਿਆਣਾ ਦੇ ਕਿਸਾਨਾਂ ਦੇ ਖਰਚੇ ਜ਼ਿਆਦਾ ਨੇ ਬਾਕੀ ਕਿਸਾਨਾਂ ਦੇ ਨਾਲੋਂ ਜੀ। ਅਤੇ ਜਿਹੜੀ ਐਵਰੇਜ MSP ਹੈ ਉਹ ਦੂਜੇ ਬਾਹਰਲੇ ਕਿਸਾਨਾਂ ਨੂੰ ਖਰਚ ਕਰਦੀ ਹੈ, ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ। ਠੀਕ, ਇਹਨਾਂ ਦੇ ਲਈ ਜੇ MSP ਰਹੇਗੀ, ਇਹ ਇਹਨਾਂ ਨੂੰ ਸਪੈਸ਼ਲ MSP ਦੇਣੀ ਚਾਹੀਦੀ ਹੈ ਜੀ। ਪ੍ਰੋਫੈਸਰ ਸਵਾਮੀਨਾਥਨ ਇੱਥੇ ਆਏ ਨੇ ਕਈ ਦਫਾ, ਇੱਥੇ ਦੀ ਸਾਡੀ ਬਿਲਡਿੰਗ 'ਚ ਵੀ ਆਏ ਨੇ ਮੇਰੇ ਕੋਲ ਜੀ।
ਕਿ ਅਸੀਂ ਅਕਸਰ ਮੰਡੀਆਂ ਦੇ ਵਿੱਚ ਗਏ ਹਾਂ ਤੇ ਉਹ ਇਹੀ ਕਹਿੰਦੇ ਸੀ ਬਈ 50% ਜਿਹੜੇ ਖਰਚੇ ਹੋਏ ਨੇ ਉਹਨਾਂ ਤੋਂ 50% ਵੱਧ ਕੇ ਉਹਨਾਂ ਨੂੰ MSP ਸਾਨੂੰ ਪਾ ਦੇਣਾ ਚਾਹੀਦਾ। ਪਾ ਦੇਣਾ ਚਾਹੀਦਾ। ਉਹ ਅੱਜ ਤੱਕ ਨਹੀਂ ਮਿਲ ਰਿਹਾ। ਠੀਕ। ਇਹ MSP ਵਧਾਉਂਦੇ ਨੇ 50 ਰੁਪਏ 100 ਰੁਪਏ, ਕਈ ਵਾਰ ਪੋਲੀਟਿਕਸ ਆ ਜਾਂਦੀ ਹੈ ਔਰ ਉਹਦੇ ਨਾਲ ਕਿਸਾਨ ਦੇ ਖਰਚੇ ਪੂਰੇ ਨਹੀਂ ਹੁੰਦੇ। ਠੀਕ। ਉਹ ਚੀਜ਼ ਚਾਹੀਦੀ ਹੈ ਬਈ ਕਿਸਾਨ ਇਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਦੇਣਾ ਚਾਹੀਦਾ ਹੈ, ਕਿਉਂਕਿ ਭੋਜਨ ਤੋਂ ਬਿਨਾਂ, ਖਾਣੇ ਤੋਂ ਬਿਨਾਂ ਬਿਲਕੁਲ ਕੋਈ ਬੰਦਾ ਨਹੀਂ ਬਚ ਸਕਦਾ। ਜੀ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਮੈਂ ਖੇਤੀ ਆਰਡੀਨੈਂਸ ਪੜ੍ਹ ਰਿਹਾ ਸੀ, ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਓਪਨ ਮੰਡੀਕਰਨ ਹੋਊਗਾ, ਮਤਲਬ ਕਿ ਬਾਹਰਲੀਆਂ ਵੱਡੀਆਂ ਫਾਰਮਸ ਆ ਜਿਵੇਂ ਰਿਲਾਇੰਸ ਆ ਜਾਂ ਬਾਹਰ ਤੁਸੀਂ ਕਾਰਗਿਲ ਲਓ, ਉਸ ਤਰ੍ਹਾਂ ਦੀਆਂ ਕੰਪਨੀਆਂ ਵੀ ਮਾਰਕੀਟ ਦੇ ਵਿੱਚ ਆਉਣਗੀਆਂ। ਕੀ ਇਹਦਾ ਜ਼ਿਮੀਂਦਾਰ ਨੂੰ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ? ਇਹ ਦੇਖੋ, ਇੱਕ ਚੀਜ਼ ਦੇ ਫਾਇਦੇ ਵੀ ਹੋ ਸਕਦੇ, ਨੁਕਸਾਨ ਵੀ ਹੋ ਸਕਦੇ ਹਨ। ਜੀ। ਦੇਖੋ ਵੀ ਕਿਵੇਂ ਉਹਦੇ ਬਾਰੇ ਸੋਚਣਾ ਚਾਹੀਦਾ ਕਿ ਹਾਲੇ ਹੋਇਆ ਤਾਂ ਕੁਝ ਨਹੀਂ ਹੋਇਆ ਜਿਹਾ ਜੀ। ਤੇ ਲੋਕ ਮੇਰੇ ਖਿਆਲ ਇਸ ਤਰ੍ਹਾਂ ਡਰੇ ਹੋਏ ਨੇ ਬਈ ਜਿਵੇਂ ਈਸਟ ਇੰਡੀਆ ਕੰਪਨੀ ਆ ਗਈ ਸੀ ਔਰ ਹਿੰਦੁਸਤਾਨ ਨੂੰ ਗੁਲਾਮ ਬਣਾ ਲਿਆ ਤੇ ਵੀ ਹੁਣ ਸਿਚੁਏਸ਼ਨ ਹੋ ਰਿਹਾ। ਹੁਣ ਅਸੀਂ ਆਜ਼ਾਦ ਹਾਂ, ਹੁਣ ਲੋਕਾਂ ਨੂੰ ਸਮਝ ਹੈ, ਲੋਕ ਪੜ੍ਹੇ ਲਿਖੇ ਨੇ ਤੇ ਇਹ ਗੱਲ ਨਹੀਂ ਹੋ ਸਕਦੀ। ਜੀ। ਉਹਨਾਂ ਲਈ ਰੂਲ ਬਣਨਗੇ, ਜੇ ਉਹ ਆਉਣਗੇ ਵੀ ਜੀ। ਉਹਨਾਂ ਲਈ ਰੂਲ ਹੋਣਗੇ, ਉਹਨਾਂ ਨੂੰ ਰੂਲ ਫੋਲੋ ਕਰਨੇ ਪੈਣਗੇ। ਠੀਕ। ਤੇ ਇਸ ਲਈ ਜੇ ਕਿਸਾਨਾਂ ਨੂੰ ਉਹ ਜ਼ਿਆਦਾ ਪੈਸੇ ਦੇਣਗੇ, MSP ਤੇ ਚੱਲੇਗੀ। ਜੀ। ਕਿਸਾਨ MSP ਤੇ ਵੇਚ ਸਕਦੇ ਆ। ਬਿਲਕੁਲ। ਗਵਰਨਮੈਂਟ ਹਾਲੇ ਵੀ ਖਰੀਦੇਗੀ, ਜੀ। ਕਿਉਂਕਿ ਜਿਹੜੀ ਫੂਡ ਸਿਕਿਉਰਿਟੀ ਜਿਹੜਾ ਰਿਜ਼ਰਵ ਹੈ ਜੀ। ਉਹਦੇ ਲਈ ਖਾਣਾ ਚਾਹੀਦਾ ਹੈ ਤੇ ਇਸ ਲਈ ਗਵਰਨਮੈਂਟ ਨੂੰ ਤਾਂ ਖਰੀਦਣਾ ਪੈਣਾ ਹੀ ਹੈ। ਜੀ। ਰਾਈਸ, ਝੋਨਾ ਤੇ ਬਾਕੀ ਹੁਣ ਮਤਲਬ ਕਿ ਤੁਹਾਡੇ ਕਹਿਣ ਤੋਂ ਬਾਅਦ ਵੀ ਬਾਜਰਾ ਨਹੀਂ ਹੈ ਕਿ ਜੇ ਵਗੈਰਾ। ਬਾਹਰਲੀਆਂ ਕੰਪਨੀਆਂ ਆਉਣਗੀਆਂ ਤਾਂ ਸਾਡਾ ਜਿਹੜਾ ਮੰਡੀ ਬੋਰਡ ਹੈ ਜਾਂ ਉਹ ਜਿਹੜੀਆਂ ਸਰਕਾਰੀ ਏਜੰਸੀਆਂ ਉਹ ਬੰਦ ਹੋ ਜਾਂਦੀਆਂ। ਅਜਿਹਾ ਤਾਂ ਨਹੀਂ ਹੋਊਗਾ। ਇਹ ਮਤਲਬ ਹੁਣ ਜਿਹੜੀ ਐਗਰੀਕਲਚਰ ਪ੍ਰੋਡਿਊਸ ਕਮੇਟੀ ਹੈ, ਮਾਰਕੀਟ ਕਮੇਟੀ, ਬਈ ਇਹਨਾਂ ਦੀ ਜਿਹੜੀ 10% ਉਹਨਾਂ ਨੂੰ ਮਿਲਦਾ ਸੀਗਾ, 10% ਫੀਸ ਸੀ ਮੰਡੀ ਫੀਸ ਜਿਹਨੂੰ ਕਹਿੰਦੇ। ਉਹ ਮੇਰੇ ਖਿਆਲ ਖਤਮ ਕਰ ਦਿੱਤੀ ਜੀ। ਤੇ ਉਹਨਾਂ ਦਾ ਰੋਲ ਜੇ ਘਟ ਗਿਆ, ਜੀ। ਮਤਲਬ ਉਹਨਾਂ ਨੂੰ ਰੱਖਣਾ ਚਾਹੀਦਾ ਹੈ, ਉਹਨਾਂ ਨੂੰ ਵਿੱਚ ਰੱਖਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਸਾਰੇ ਕਿਸਾਨਾਂ ਦਾ ਪਤਾ ਹੈ। ਜੀ। ਉਹ 200-300 ਪਿੰਡਾਂ ਦੇ ਉਹਨਾਂ ਦੇ ਅਧੀਨ ਹੈਗੇ ਆ। ਜੀ। ਤੇ ਉਹ ਉਹਨਾਂ ਨੂੰ ਸੁਝਾਅ ਦੇ ਸਕਦੇ ਆ, ਉਹਨਾਂ ਨੂੰ ਦੱਸ ਸਕਦੇ ਆ ਵੀ ਕੀ ਹੋਣਾ ਚਾਹੀਦਾ। ਡਾਕਟਰ ਸਾਹਿਬ, ਇੱਕ ਹੋਰ ਵੱਡੀ ਸ਼ੰਕਾ ਜਿਹੜੀ ਪਾਈ ਜਾ ਰਹੀ ਹੈ, ਜਿਸ ਤਰ੍ਹਾਂ ਕਿ ਵੀ MSP ਨੂੰ ਦਿੰਦੀ, ਉਹ ਗੱਲ ਅਸੀਂ ਦੇਖਿਆ ਕੱਲ੍ਹ ਪਰਸੋਂ ਸਰਕਾਰ ਨੇ 50 ਰੁਪਏ ਝੋਨੇ ਤੇ ਕਣਕ ਦੇ MSP ਅਨਾਉਂਸ ਕੀਤੀ। ਉਹ ਗੱਲ ਥੋੜ੍ਹੀ ਜਿਹੀ ਕਲੈਰਿਟੀ ਕਿਸਾਨਾਂ ਨੂੰ ਗਈ ਹੈ ਕਿ MSP ਬੰਦ ਨਹੀਂ ਹੋਈ, ਸਗੋਂ MSP ਨੇ ਸਰਕਾਰ 'ਚ ਵਾਅਦਾ ਕੀਤਾ। ਦੂਸਰਾ, ਉਹਨਾਂ ਦੇ ਮਨ ਜ਼ਿਹਨ ਦੇ ਵਿੱਚ ਇੱਕ ਸ਼ੰਕਾ ਹੈ ਕਿ ਜੇਕਰ ਵੱਡੀਆਂ ਕੰਪਨੀਆਂ ਆ ਗਈਆਂ ਤਾਂ ਉਹ ਕਿਤੇ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਨਾ ਕਰ ਲੈਣ। ਨਹੀਂ, ਜ਼ਮੀਨਾਂ ਤੇ ਕਬਜ਼ੇ ਕਿਵੇਂ ਕਰ ਸਕਦੇ ਆ? ਉਹ ਬਿਲਕੁਲ ਨਹੀਂ ਕਰ ਸਕਦੇ, ਕਿਉਂਕਿ ਨਹੀਂ ਕਰ ਸਕਦੇ, ਕਿਉਂਕਿ ਰੂਲ ਬਣੇ ਹੋਣਗੇ। ਉਹਨਾਂ ਨੂੰ ਲਾਇਸੈਂਸ ਲੈਣਾ ਪਏਗਾ, ਜਿਵੇਂ APMC ਕਮੇਟੀ ਹੈ, ਉਹਨੂੰ ਲਾਇਸੈਂਸ ਲੈਣਾ ਪੈਂਦਾ। ਸੋ ਉਹਨਾਂ ਨੂੰ ਵੀ ਲਾਇਸੈਂਸ ਜੋ ਰੂਲ ਦੇ ਮੁਤਾਬਕ ਕੰਮ ਕਰਨਗੇ। ਜੀ। ਡਾਕਟਰ, ਜਿਸ ਤਰ੍ਹਾਂ ਮੈਂ ਖੇਤੀਬਾੜੀ ਆਰਡੀਨੈਂਸ ਪੜ੍ਹ ਰਿਹਾ ਸੀ, ਉਹਦੇ ਵਿੱਚ ਜਿਸ ਤਰ੍ਹਾਂ ਕਬਜ਼ੇ ਵਾਲੀ ਗੱਲ ਆਈ, ਇਹ ਖੇਤੀ ਆਰਡੀਨੈਂਸ ਦੇ ਵਿੱਚ ਇੱਕ ਗੱਲ ਕਲੀਅਰ ਕੀਤੀ ਗਈ ਹੈ ਕਿ ਮਿਨੀਮਮ ਹੈ ਜਿਹੜਾ ਕੰਟਰੈਕਟਰ ਹੈ ਉਹ 1 ਸਾਲ ਵਾਸਤੇ ਕੰਟਰੈਕਟ ਕਰ ਸਕਦਾ ਹੈ ਜਾਂ ਮੈਕਸੀਮਮ 5 ਸਾਲ ਵਾਸਤੇ ਕੰਟਰੈਕਟ ਕਰ ਸਕਦਾ ਹੈ। ਇਸ ਤੋਂ ਲੰਮਾ ਕੰਟਰੈਕਟ ਨਹੀਂ ਕਰ ਸਕਦਾ। ਤੇ ਨਾਲ ਮੈਂ ਦੇਖਿਆ ਸੀ ਕਿ ਕਿਸੇ ਵੀ ਜ਼ਿਮੀਂਦਾਰ ਦੀ ਜੇ ਇਸ ਤਰ੍ਹਾਂ ਇਹਨਾਂ ਦੇ ਕਿਸੇ ਨੂੰ ਠੇਕੇ ਤੇ ਦੇ ਦਿੱਤੀ ਤਾਂ ਉਹ ਇਹ ਹੋ ਸਕਦਾ ਕਿਤੇ ਗੁਰਦਾਰੀਆਂ ਨਾ ਬਦਲਾਵੇ, ਪਰੰਤੂ ਇਹਦੇ ਵਿੱਚ ਇੱਕ ਪ੍ਰਾਵਧਾਨ ਕੀਤਾ ਗਿਆ, ਪ੍ਰੋਵੀਜ਼ਨ ਹੈ ਕਿ ਗੁਰਦੌਰੀ ਚੇਂਜ ਨਹੀਂ ਹੋਊਗੀ, ਗੁਰਦੌਰੀ ਮਾਲਕ ਦੇ ਨਾਂ 'ਤੇ ਰਹੂਗੀ। ਜੇ ਉਹ ਮੈਕਸੀਮਮ ਫਸਲ ਦੇ ਉਮਰ ਦੇ ਹਿਸਾਬ ਨਾਲ, ਜਿਵੇਂ ਕਿਸੇ ਨੇ ਪਾਪੂਲਰ ਲਾਇਆ ਜਾਂ ਸਪੈਦਾ ਲਾਇਆ, ਉਸ ਦੇ ਹਿਸਾਬ ਨਾਲ ਮੈਕਸੀਮਮ ਉਹ 5 ਸਾਲ ਤੱਕ ਦਾ ਕੰਟਰੈਕਟ ਕਰ ਸਕਦਾ ਮੈਕਸੀਮਮ, ਉਸ ਤੋਂ ਵੱਧ ਲੰਮਾ ਕੰਟਰੈਕਟ ਨਹੀਂ ਕਰ ਸਕਦਾ। ਕਿ ਅਸੀਂ ਸੋਚਦੇ ਹਾਂ ਕਿ ਇਹ ਜਿਹੜਾ ਪ੍ਰੋਵੀਜ਼ਨ ਹੈ ਇਹ ਜ਼ਿਮੀਂਦਾਰ ਦੇ ਹੱਕ 'ਚ ਹੀ ਜਾਂਦਾ। ਇਹ ਤਾਂ ਹੱਕ 'ਚ ਹੀ ਹੈ। ਮਤਲਬ ਇਹ ਜਿਹੀਆਂ ਚੀਜ਼ਾਂ ਹਨ, ਗਵਰਨਮੈਂਟ ਨੂੰ ਦੇਖੋ ਸਮਝਾਉਣਾ ਚਾਹੀਦਾ ਹੈ। ਜੀ। ਹੁਣ ਕ੍ਰਿਸ਼ੀ ਚੈਨਲ ਹੈਗੀ ਹੈ, ਉਹਦੇ 'ਤੇ ਸਾਰਾ ਕੁਝ ਉਹਨਾਂ ਨੂੰ ਐਕਸਪਲੇਨ ਕਰ ਦੇਣਾ ਚਾਹੀਦਾ ਸੀਗਾ। ਜੀ। ਤੇ ਪ੍ਰੋਟੈਸਟ ਤਾਂ ਤਦੇ ਹੁੰਦੇ ਆ। ਅਸੀਂ ਵੀ ਯੂਨੀਵਰਸਿਟੀ ਚਲਾਈ ਹੈ, ਜੇ ਮੁੰਡਿਆਂ ਨੂੰ ਨਾ ਦੱਸੀਏ, ਲੜਕਿਆਂ ਨੂੰ ਨਾ ਦੱਸੀਏ, ਲੜਕੀਆਂ ਨੂੰ ਨਾ ਦੱਸੀਏ ਵੀ ਇਹਦਾ ਕੀ ਫਾਇਦਾ ਨੁਕਸਾਨ ਹੋਏਗਾ। ਪਹਿਲਾਂ ਉਹਨਾਂ ਨੂੰ
ਕਮੇਟੀ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਹਨ, ਐਸੋਸੀਏਸ਼ਨ ਬਣੀ ਹੁੰਦੀ ਹੈ ਉਹਨਾਂ ਦੀ, ਉਹਨਾਂ ਨੂੰ ਬੁਲਾ ਕੇ ਸਾਰਾ ਕੁਝ ਸਮਝਾ ਲਈਦਾ। ਜੀ। ਉਹ ਜਾ ਕੇ ਉਹਨਾਂ ਨੂੰ ਸਮਝਾ ਦਿੰਦੇ। ਜੀ ਇਹ ਤਦ ਚੱਲਦੀ ਹੈ ਗੱਲ, ਤੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਕਿਸਾਨਾਂ ਨੂੰ ਵੀ ਇਹ ਕੀ ਚੀਜ਼ ਹੈ ਕੀ ਨਹੀਂ ਹੈ। ਜੀ ਡਾਕਟਰ ਸਾਹਿਬ, ਜੇ ਅਸੀਂ ਦੇਖਦੇ ਹਾਂ ਕਿ ਬਾਹਰਲੀਆਂ ਕੰਪਨੀਆਂ, ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਹੋਣਗੀਆਂ, ਕੀ ਸਾਡੇ ਜ਼ਿਮੀਂਦਾਰ ਨੂੰ, ਸਾਡੇ ਕਿਸਾਨ ਨੂੰ ਇੱਕ ਚੰਗੇ ਬੀਜ ਮਿਲਣਗੇ, ਉਹਨਾਂ ਨੂੰ ਚੰਗੀ ਤਕਨੀਕ ਦੀ ਸਿੱਖਿਆ ਦਿੱਤੀ ਜਾਊਗੀ, ਚੰਗੀ ਖੇਤੀ ਵਿਧੀ ਆਊਗੀ, ਤਾਂ ਸਾਡੀ ਜਿੱਥੇ ਪ੍ਰੋਡਕਟਿਵਿਟੀ ਵਧੂਗੀ ਉੱਥੇ ਉਹਨਾਂ ਹੀ ਜ਼ਿਮੀਂਦਾਰ ਨੂੰ ਫਾਇਦਾ ਹੋਊਗਾ। ਇਹ ਦੇਖੋ ਆਪਣੇ ਕਾਟਨ ਕਪਾਹ ਉਗਾਈ ਜਾਂਦੀ ਹੈ, ਤੇ ਇਹ ਇੰਡਸਟਰੀ, ਕਪਾਹ ਦੀ ਇੰਡਸਟਰੀ ਖਤਮ ਹੋ ਗਈ ਸੀ ਪੰਜਾਬ ਦੇ ਵਿੱਚ, ਬਹੁਤ ਵਾਰਮ ਆ ਗਿਆ ਸੀ। ਤੇ ਇਹ ਕਿਵੇਂ ਬਚੀ? ਮਨਸੈਂਟੋ ਕੰਪਨੀ, ਉਹਨਾਂ ਨੇ BT ਕਾਟਨ ਪ੍ਰੋਡਿਊਸ ਕੀਤੀ। ਜੀ। BT ਕਾਟਨ ਆਪਣੇ ਦੇਸ਼ ਦੇ ਵਿੱਚ ਜਿਹੜੇ GMO ਕਹਿੰਦੇ ਨੇ, ਜੀ। BT ਕਾਟਨ GMO ਇੱਕੋ ਫਸਲ ਇੱਥੇ ਅਲਾਉ ਕੀਤੀ ਹੋਈ ਹੈ ਹਿੰਦੁਸਤਾਨ ਦੇ ਵਿੱਚ ਹਾਲੇ ਤੱਕ, ਔਰ ਉਹਨੇ ਸਾਡੀ ਇੰਡਸਟਰੀ ਬਚਾ ਦਿੱਤੀ। ਠੀਕ। ਤੇ ਇਹ ਨਹੀਂ ਹੈ ਵੀ ਉਹ ਹਰੇਕ ਚੀਜ਼ ਤੋਂ ਬਚ ਸਕਦੇ ਆ। ਕਈ ਇਨਸੈਕਟ ਇੱਦਾਂ ਦੇ ਹੈਗੇ ਆ ਵੀ ਜਿਹੜੇ ਉਹ ਤੋਂ ਨਹੀਂ ਮਰਨਗੇ। ਜੀ। ਪਰ ਜਿਹੜੀ ਚੀਜ਼ ਉਹਨਾਂ ਨੂੰ ਖਤਰਾ ਸੀ ਉਹ ਖਤਮ ਹੋ ਗਈ। ਬਿਲਕੁਲ। ਇਸ ਕਰਕੇ ਹੁਣ ਦੇਖੋ ਉਹਨਾਂ ਦਾ ਫਾਇਦਾ ਹੀ ਹੋਇਆ। ਜੀ। ਡਾਕਟਰ ਸਾਹਿਬ, ਕਈ ਇੱਕ ਹੋਰ ਉਹਨਾਂ ਦੇ ਮਨ 'ਚ ਵਹਿਮ ਹੈ ਵੀ ਜੇ ਮੇਰੀ ਜ਼ਮੀਨ ਵਾਸਤੇ ਉਹਨਾਂ ਨੇ 1 ਸਾਲ ਜਾਂ 2 ਸਾਲ ਵਾਸਤੇ ਮੇਰੇ ਨਾਲ ਕੰਟੈਕਟ ਕਰ ਲਿਆ, ਮੰਨ ਲਓ ਮੱਕੀ ਦੀ ਖੇਤੀ ਵਾਸਤੇ ਮੇਰੇ ਨਾਲ ਕੰਟੈਕਟ ਕਰ ਲਿਆ, ਇਹ ਨਾ ਹੋਵੇ ਕਿ ਅੱਜ ਮੈਂ ਉਹਨਾਂ ਦੇ ਨਾਲ ਕੰਟੈਕਟ ਕਰਕੇ ਉਹਨਾਂ ਦੇ ਅਨੁਸਾਰ, ਉਹਨਾਂ ਦੀ ਤਕਨੀਕ ਦੇ ਅਨੁਸਾਰ ਮੈਂ ਬਿਜਾਈ ਕਰਾਂ, ਕੱਲ ਨੂੰ ਫਸਲ ਘੱਟ ਹੋਵੇ, ਝਾੜ ਘੱਟ ਹੋਵੇ, ਤੇ ਉਹ ਕੰਪਨੀ ਮੁੱਕਰ ਨਾ ਜਾਵੇ, ਮੇਰੀ ਫਸਲ ਹੀ ਨਾ ਕੱਟੇ। ਉਹਦੇ 'ਚ ਮਤਲਬ ਕਿਸਾਨਾਂ ਦੇ ਅਧਿਕਾਰ ਹੋਣਗੇ ਜੀ, ਬਈ ਉਹ ਕੀ ਕਰ ਸਕਦੇ ਆ ਇਹ ਜਿਹੀ ਸਿਚੁਏਸ਼ਨ ਦੇ ਵਿੱਚ। ਔਰ ਇੱਕ ਚੀਜ਼ ਹੈ ਬਈ ਕਿਸਾਨਾਂ ਨੂੰ ਕੋਰਟ ਦੇ ਵਿੱਚ ਨਹੀਂ ਜਾਣ ਦੇਣਗੇ ਜੀ। ਇਹ ਸਿਵਲ ਕੋਰਟ ਦੇ ਵਿੱਚ ਜਾ ਸਕਣ, ਉਹ ਚੰਗੀ ਗੱਲ ਹੋਏਗੀ ਜੀ। ਕਿਉਂਕਿ DC ਜਾਂ ਮੈਜਿਸਟ੍ਰੇਟ ਨੇ ਤੈਅ ਕਰਨਾ ਵੀ ਰਿਕਨਸੀਲੀਏਸ਼ਨ ਕਾਉਂਸਲ ਕਿਵੇਂ ਬਣੇਗੀ, ਕਿਹੜੀ ਹੋਏਗੀ। ਜੀ। ਤੇ ਉਹ ਕਿਸਾਨਾਂ ਨੂੰ ਨਾ ਪਸੰਦ ਹੋਏਗੀ। ਜੀ। ਹੋ ਸਕਦਾ, ਔਰ ਉਹ ਕੋਰਟ ਦੇ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਆ। ਜੀ। ਸੋ ਇਸ ਲਈ ਮੇਰੇ ਖਿਆਲ ਹੈ ਇੱਕ ਇਹ ਵੀ ਇਹਨਾਂ ਦਾ ਗਿਲਾ ਹੈਗਾ ਜੀ। ਤੇ ਇਹ ਸੋਲਵ ਕਰਨਾ ਚਾਹੀਦਾ ਹੈ। ਡਾਕਟਰ ਸਾਹਿਬ, ਮੈਂ ਜਾਂਦੇ ਹੀ ਪੁੱਛਦਾ ਕਿ ਜਿਸ ਤਰ੍ਹਾਂ MSP ਦੀ ਤੁਸੀਂ ਗੱਲ ਕੀਤੀ ਸੀ, ਕਿਸਾਨ ਇਹ ਵੀ ਕਹਿੰਦਾ ਕਿ ਜੇ MSP ਫਿਕਸ ਕਰ ਦਿੱਤੀ, ਜਿਸ ਤਰ੍ਹਾਂ ਹੁਣ ਅੱਜ ਲਾ ਲਓ ਕਿ ਨਰਮੇ ਦਾ ਜਿਹੜਾ 5800 ਰੁਪਏ ਭਾਅ ਸਰਕਾਰ ਨੇ ਫਿਕਸ ਕੀਤਾ ਹੈ, ਪਰੰਤੂ 43-44 ਰੁਪਏ ਮਾਰਕੀਟ ਦੇ ਵਿੱਚ ਉਹ ਨਰਮਾ ਇਸ ਤੋਂ ਵੱਧ ਨਹੀਂ ਵਿਕਦਾ। ਵੀ MSP ਫਿਕਸ ਹੋਣ ਤੋਂ ਬਾਅਦ ਵੀ ਜ਼ਿਮੀਂਦਾਰ ਹੈ ਜਿਹੜਾ ਉਹਨੂੰ ਖੱਜਲ ਖੁਆਰ ਹੋਣਾ ਪੈਂਦਾ ਘੱਟ ਰੇਟ 'ਤੇ। ਕੀ ਇਸ ਤਰ੍ਹਾਂ ਦਾ ਕਾਨੂੰਨ ਵੀ ਹੋਣਾ ਚਾਹੀਦਾ ਕਿ MSP ਬਾਉਂਡ ਹੋ ਜੇ, ਉਹ ਵੀ ਉਸ ਤੋਂ ਘੱਟ ਉਹ ਮੰਡੀ 'ਚ ਨਾ ਵਿਕੇ? ਹਾਂ, ਸਹੀ ਹੈ, ਬਿਲਕੁਲ ਸਹੀ ਹੈ। ਹੁਣ ਪੈਂਡੈਮਿਕ ਦੇ ਵਿੱਚ, ਹੁਣ ਆਪਾਂ ਪੈਂਡੈਮਿਕ 'ਚ ਚੱਲ ਰਹੇ ਹਾਂ ਨਾ ਜੀ। ਤੇ ਕਈ ਲੋਕਾਂ ਨੇ ਦੁੱਧ ਦਾ 1 ਰੁਪਇਆ ਵਧਾਤਾ ਜੀ। ਛੋਟੇ ਛੋਟੇ ਪੈਕਟ ਜਿਹੜੇ ਮਿਲਦੇ ਨੇ, 1 ਰੁਪਇਆ ਕਿਸੇ ਨੇ ਵਧਾਤਾ ਜੀ। ਉਹਨੂੰ 5000 ਜੁਰਮਾਨਾ ਕੀਤਾ ਗਵਰਨਮੈਂਟ ਕਰ ਸਕਦੀ ਹੈ ਜੋ ਕਰ। ਜੇ ਕਾਨੂੰਨ ਸਖਤ ਹੋਵੇ ਤਾਂ ਕੀਤਾ ਜਾ ਇਹ ਵੀ ਸਕਦਾ। ਕਰ ਸਕਦੇ ਜੀ। ਕਿਉਂ ਨਹੀਂ ਕਰ ਸਕਦੇ? ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਡਾਕਟਰ ਕੰਗ ਦੇ ਨਾਲ ਖਾਸ ਕਰਕੇ ਖੇਤੀ ਆਰਡੀਨੈਂਸ 2020 ਬਿੱਲ ਹੈ, ਉਹਦੇ ਬਾਰੇ ਅਸੀਂ ਚਰਚਾ ਕੀਤੀ। ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਬਿੱਲ ਦੇ ਵਿੱਚ ਬਹੁਤ ਵਧੀਆ ਤੱਥ ਹਨ, ਪਰੰਤੂ ਇਹ ਚੰਗਾ ਹੁੰਦਾ ਕਿ ਜੇਕਰ ਜ਼ਿਮੀਂਦਾਰਾਂ ਦੀਆਂ, ਕਿਸਾਨਾਂ ਦੀਆਂ ਜਿਹੜੀਆਂ ਸ਼ੰਕਾਵਾਂ ਪਹਿਲਾਂ ਦੂਰ ਕੀਤੀਆਂ ਜਾਂਦੀਆਂ, ਉਹਨਾਂ ਨੂੰ ਅਵੇਅਰ ਕੀਤਾ ਜਾਂਦਾ। ਜਿਸ ਤਰ੍ਹਾਂ ਮੁੱਖ ਪੱਖ ਅਸੀਂ ਦੇਖਿਆ ਕਿ MSP, ਜ਼ਿਮੀਂਦਾਰ ਦੇ ਜ਼ਿਹਨ ਦੇ ਵਿੱਚ ਇਹ ਸੀ ਕਿ MSP ਹੈ ਜਿਹੜੀ ਉਹ ਬੰਦ ਕਰ ਦਿੱਤੀ, ਪਰੰਤੂ ਇਸ ਕਾਨੂੰਨ ਦੇ ਵਿੱਚ ਜੇਕਰ ਤੁਸੀਂ ਧਿਆਨ ਨਾਲ ਪੜ੍ਹੋ ਤਾਂ MSP ਬੰਦ ਕਰਨ ਦੀ ਕਿਤੇ ਵੀ ਗੱਲ ਨਹੀਂ ਆਉਂਦੀ। ਸਗੋਂ ਸਰਕਾਰ ਨੇ ਉਹ ਸ਼ੰਕਾ ਦੂਰ ਕਰਨ ਦੇ ਲਈ ਕੁਝ ਦਿਨ ਪਹਿਲਾਂ ਭਾਰਤ ਸਰਕਾਰ ਵੱਲੋਂ 50 ਰੁਪਏ ਕੁਇੰਟਲ ਕਣਕ ਅਤੇ ਝੋਨੇ ਦੇ MSP ਦੇ ਵੱਧ ਮੁੱਲ ਦੀ ਗੱਲ ਕੀਤੀ ਹੈ। ਦੂਸਰੀ ਗੱਲ, ਕਿਸਾਨ ਦੇ ਜ਼ਿਹਨ ਦੇ ਵਿੱਚ ਇਹ ਭੁਲੇਖਾ ਸੀ ਕਿ ਮੇਰੀ ਜ਼ਮੀਨ ਹੈ ਜਿਹੜੀ 10-15 ਸਾਲ ਵਾਸਤੇ ਜੇ ਕੋਈ ਠੇਕੇ ਤੇ ਲੈ ਗਈ ਤੇ ਮੇਰੀ ਕੰਪਨੀ ਉਹ ਜ਼ਮੀਨ ਨੂੰ ਛੱਡੂਗੀ ਨਹੀਂ, ਜਦੋਂ ਕਿ ਖੇਤੀ ਆਰਡੀਨੈਂਸ ਕਹਿੰਦਾ ਕਿ ਘੱਟੋ ਘੱਟ 1 ਸਾਲ ਤੇ ਵੱਧ ਤੋਂ ਵੱਧ 5 ਸਾਲ ਲਈ ਜਿਹੜਾ ਕੰਟਰੈਕਟਰ ਹੈ ਉਹ ਜ਼ਮੀਨ ਨੂੰ ਠੇਕੇ ਤੇ ਲੈ ਸਕਦਾ ਹੈ। ਇਸ ਤੋਂ ਵੱਧ ਉਸ ਨੂੰ ਠੇਕੇ ਤੇ ਨਹੀਂ ਦਿੱਤੀ ਜਾ ਸਕਦੀ। ਤੇ ਸਭ ਤੋਂ ਵੱਡੀ ਗੱਲ, ਜਦੋਂ ਮੈਂ ਆਪਣੀ ਜ਼ਮੀਨ ਠੇਕੇ ਤੇ ਦਿੰਦਾ ਤਾਂ ਮੈਨੂੰ ਇਹ ਡਰ ਹੁੰਦਾ ਹੈ ਕਿ ਉਹ ਗਰਦੌਰੀਆਂ ਆਪਦੇ ਨਾਂ ਕਰਾ ਕੇ ਕਿਤੇ ਪੱਕਾ ਕਾਰਜ ਨਾ ਹੋ ਜਾਵੇ। ਇਸ ਐਕਟ ਦੇ ਵਿੱਚ ਇਹ ਪ੍ਰਾਵਧਾਨ ਹੈ, ਪ੍ਰੋਵੀਜ਼ਨ ਹੈ ਕਿ ਮਾਲਕ ਦੇ ਨਾਂ ਤੇ ਹੀ ਗਰਦੌਰੀਆਂ ਰਹਿਣਗੀਆਂ, ਚਾਹੇ ਉਹ ਕੰਟਰੈਕਟ 1 ਸਾਲ ਵਾਸਤੇ ਕਰਦਾ ਹੈ, ਚਾਹੇ ਉਹ 5 ਸਾਲ ਵਾਸਤੇ ਕਰਦਾ ਹੈ। ਗਰਦੌਰੀ, ਉਸ ਜ਼ਿਮੀਂਦਾਰ ਦੀ ਗਰਦੌਰੀ ਨਹੀਂ ਬਦਲੀ ਜਾਊਗੀ। ਦੂਸਰਾ
ਕਿ ਮੰਡੀਕਰਨ ਜਿਹੜੀ ਫੀਸ ਹੈ, ਪ੍ਰੋਕਿਉਰਮੈਂਟ ਫੀਸ ਅਸੀਂ ਜਿਸ ਨੂੰ ਕਹਿੰਦੇ ਆ, ਉਹ 4% ਹੈ ਜਿਹੜੀ ਉਹ ਬੰਦ ਹੋ ਜੂਗੀ। ਉਸ ਬੰਦ ਹੋਣ ਦੇ ਨਾਲ ਜ਼ਿਮੀਂਦਾਰ ਨੂੰ ਕੋਈ ਘਾਟਾ ਨਹੀਂ ਪੈਣਾ। ਉਹ ਸਰਕਾਰ ਨੇ ਦੇਖਣਾ ਕਿ ਉਹ ਸਿਸਟਮ ਨੂੰ ਕਿਵੇਂ ਚਲਾਉਣਾ ਹੈ। ਅਸੀਂ ਕਹਿ ਸਕਦੇ ਹਾਂ ਜ਼ਿਮੀਂਦਾਰ ਨੂੰ ਇਸ ਦਾ ਡਾਇਰੈਕਟ ਕੋਈ ਵੀ ਨੁਕਸਾਨ ਨਹੀਂ ਹੁੰਦਾ। ਜੇਕਰ ਅਸੀਂ ਸਾਡੇ ਲਈ ਮੰਡੀ ਖੁੱਲ੍ਹਦੀ ਹੈ, ਉੱਥੇ ਕੰਪੀਟੀਸ਼ਨ ਪੈਦਾ ਹੁੰਦਾ ਹੈ। ਇੱਕ ਤਾਂ ਆੜ੍ਹਤੀਆ ਵੀ ਆਉਂਦਾ ਹੈ, ਮੰਨ ਲਓ ਰਿਲਾਇੰਸ ਕੰਪਨੀ ਵੀ ਆਉਂਦੀ ਹੈ, ਕਾਰਗਿਲ ਵੀ ਆਉਂਦੀ ਹੈ, ਪੈਪਸੀਕੋ ਵੀ ਆਉਂਦੀ ਹੈ, ਤਾਂ ਜ਼ਿਮੀਂਦਾਰ ਆਪਦਾ ਫਸਲ ਹੈ ਜਿਹੜਾ ਉਹਦਾ ਜਿੱਥੋਂ ਵੱਧ ਮੁੱਲ ਉਹਨੂੰ ਮਿਲੂਗਾ ਉਹ ਵੀ ਵਰਤ ਸਕਦਾ ਹੈ। ਤੀਸਰੀ ਗੱਲ, ਜੇ ਉਹਨੂੰ ਚੰਗਾ ਲੱਗਿਆ ਕਿ ਮੈਂ ਆਪਦੀ ਫਸਲ ਹੈ ਜਿਹੜੀ ਮਲੋਟ ਨਹੀਂ ਵੇਚ ਸਕਦਾ, ਮੈਂ ਆਪਦੀ ਫਸਲ ਜਾ ਕੇ ਮੁਕਤਸਰ ਵੇਚਾਂ, ਮੈਂ ਆਪਦੀ ਫਸਲ ਜਾ ਕੇ ਪਟਿਆਲੇ ਵੇਚਾਂ, ਉਹ ਵੀ ਇਸ ਨੂੰ ਖੁੱਲ੍ਹਾ ਅਧਿਕਾਰ ਦਿੱਤਾ ਗਿਆ ਵੀ ਕਿਤੇ ਵੀ ਜਾ ਕੇ ਆਪਦੀ ਫਸਲ ਦਾ ਮੰਡੀਕਰਨ ਇਹ ਕਰ ਸਕਦਾ ਹੈ। ਇਸ ਤਰ੍ਹਾਂ ਕਿਸਾਨ ਦੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਸ਼ੰਕਾਵਾਂ ਨੇ ਜਿਹੜੀਆਂ ਕਿ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ ਹੈ, ਖਾਸ ਕਰਕੇ ਖੇਤੀਬਾੜੀ ਬਿੱਲ ਨੂੰ ਲੈ ਕੇ, ਜਿਸ ਕਰਕੇ ਉਹ ਰੋਸ ਮੁਜ਼ਾਹਰਿਆਂ ਤੇ ਉਤਰਿਆ। ਤਾਂ ਅੱਜ ਅਸੀਂ ਇਸੇ ਵਿਸ਼ੇ ਤੇ ਡਾਕਟਰ ਕੰਗ ਨਾਲ ਗੱਲ ਕੀਤੀ ਸੀ, ਜਿਨ੍ਹਾਂ ਨੇ ਬਹੁਤ ਸਾਰੀਆਂ ਸ਼ੰਕਾਵਾਂ ਨੂੰ ਦੂਰ ਕੀਤਾ। ਫਿਰ ਕਿਸੇ ਪ੍ਰੋਗਰਾਮ ਨਾਲ ਤੁਹਾਡੇ ਸਨਮੁਖ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਧੰਨਵਾਦ।